ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। कोट पराध हमारे खंडो अनक विधि समझावो। हम ज्ञान अल्प मत थोड़ी तुम आपन बिरद रखावो। तुमरी शरण तुम्हारी आशा तुम ही सजन सुहेले। राखो राखण हार दयाला नानक करके गोले। जी राखो राखण हार दयाला नानक करके गोले। बिखियन स्यो काहे रच्यो निमक ना हो है उदास। कहो नानक पज हर मना परै ना जम की फास। कहो नानक पज हर मना परै न जम की फास। धन धन श्री गुरु तेग बहादुर बाबा जी की पवित्र बाणी। श्लोक महला 9वां। गुरु साहब ने अज जो उपदेश बख्शिश रहमत की है, बिखियन सो काहे रचियो निमक ना हो है उदास। पहला इसके अखरी अर्थ समझ लीए। विखियन हुंदा है साध संगत विषय विकार। वैसे विखिया माया तो है, ਜਿਹੜਾ विकारां दे विच विषय विकारां दे विच मस्त होया होया है, रचिया होया है। सतगुरु ने अज उन्हां नूं उपदेश दे के समझाउणा कर रहे हैं कि हे विकारां दे विच गलतान होए मनुख, विखियन सो काहे रचियो, क्यों रचिया होया है। निमक ना हो है उदास। तू एक पल जिन्ना भी, एक अख दे चमकण जिन्ना भी इहदे विचों उपराम नहीं लैंदा, रेस्ट नहीं लैंदा। भाव सदा ही इस दे विच विषय विकारां दे विच तू जकड़िया होया है। विखियन सो काहे रचियो, क्यों रचिया होया है। पातशाह कहंदे ने कहो नानक, गुरु तेग बहादुर साहब जी कह रहे ने, नानक जी भज हर मना। मन नूं कह रहे ने उस परमात्मा नूं नाम जप लै, उसकी भजन बंदगी कर लै। की होवेगा, परै न जम की फास। जमा दी फांसी तैनूं नहीं मिलेगी। नहीं तो विषय विकारां दे विच अपने जीवन नूं तू खत्म ना करी जा। बहुत लोग तुसीं देखोगे विषय विकारां दे विच ही सारी उम्र खत्म कर दिंदे ने। इहदे नाल शरीर दा भी, परिवार दा भी ते आर्थिक भी। महाराज कहंदे ने काम क्रोध काया को गल है। ये विषय विकारां दे विच जिहड़ा गलतान हो जाता है, वो शरीर भी अपना जल्दी खत्म कर दिंदा है।
ਤੁਸੀਂ ਦੇਖੋ ਜਿਹੜੇ ਨਸ਼ਈ ਹੁੰਦੇ ਨੇ ਨਾ, ਉਹਨਾਂ ਦੇ ਸਰੀਰ ਵਿੱਚ ਦਮ ਵੀ ਨਹੀਂ ਹੁੰਦਾ, ਕਿਉਂਕਿ ਉਹਨਾਂ ਨੇ ਸੱਤਿਆ ਸਾਰੀ ਆਪਣੀ ਨਾ ਵਿਸ਼ੇ ਵਿਕਾਰਾਂ ਦੇ ਵਿੱਚ ਲਾ ਦਿੱਤੀ ਹੈ। ਜਿਹੜਾ ਵੀ ਕਾਰਜ ਜ਼ਰੂਰਤ ਤੋਂ ਜ਼ਿਆਦਾ ਕਰਾਂਗੇ ਉਹ ਨੁਕਸਾਨਦੇਹ ਹੈ। ਭਾਵੇਂ ਅੰਨ ਰੋਟੀ ਜਿਹੜੀ ਅਸੀਂ ਖਾਂਦੇ ਹਾਂ, ਭੋਜਨ, ਉਹ ਸਾਡੇ ਸਰੀਰ ਨੂੰ ਤਾਕਤ ਦਿੰਦੀ ਹੈ, ਪਰ ਜੇ ਅਸੀਂ ਅੰਨ ਨੂੰ ਵੀ ਜ਼ਿਆਦਾ ਖਾਵਾਂਗੇ ਨਾ ਤੇ ਉਹ ਫਿਰ ਨੁਕਸਾਨਦਾਇਕ ਹੋ ਜਾਂਦੀ ਹੈ। ਹਰ ਚੀਜ਼ ਜ਼ਰੂਰਤ ਤੋਂ ਜ਼ਿਆਦਾ ਉਹ ਨੁਕਸਾਨਦਾਇਕ ਹੈ। ਸੋ ਜਿੰਨੀ ਚੀਜ਼ ਇਸ ਸਰੀਰ ਨੂੰ ਲੋੜ ਹੈ ਉਸ ਮੁਤਾਬਕ ਸਤਿਗੁਰੂ ਕਹਿੰਦੇ ਨੇ ਉਹਦੇ ਅਕੋਰਡਿੰਗ ਤੂੰ ਚੱਲ। ਤੂੰ ਜੇ ਸਾਰੀ ਉਮਰ ਵਿਸ਼ੇ ਵਿਕਾਰ ਭੋਗੇਂਗਾ, ਉਹਦੇ ਤੋਂ ਉਪਰਾਮ ਨਹੀਂ ਲਏਗਾ, ਤੇ ਫਿਰ ਤੂੰ ਕੀ ਹੋਏਗਾ, ਜਮਾਂ ਦੇ ਹੱਥ ਵਿੱਚ ਆ ਜਾਏਗਾ, ਜਮਾਂ ਦੀ ਫਾਂਸੀ ਤੈਨੂੰ ਪੈ ਜਾਏਗੀ। ਦੇਖੋ ਇਸ ਸਰੀਰ ਦੇ ਅੰਦਰ ਨਾ ਬਾਬਾ ਜੀ ਨੇ ਸਾਰਾ ਕੁਝ ਪਾ ਦਿੱਤਾ ਹੈ। ਇਸ ਦੇ ਅੰਦਰ ਮਹਾਰਾਜ ਕਹਿੰਦੇ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੈ। ਇਹਦੇ ਵਿੱਚ ਜੋ ਸੰਸਾਰ ਖੰਡ ਬ੍ਰਹਮੰਡ ਅਸੀਂ ਦੇਖ ਰਹੇ ਹਾਂ ਨਾ, ਉਹ ਇਸ ਸਰੀਰ ਵਿੱਚ ਵੀ ਹੈ। ਤੈਨੂੰ ਬਾਹਰ ਢੂੰਡਣ ਦੀ ਲੋੜ ਨਹੀਂ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋ ਹੀ ਸੰਗ ਸਮਾਈ। ਅੰਦਰ ਹੀ ਹੈ। ਔਰ ਕਮਾਲ ਦੀ ਗੱਲ ਇਹ ਵੇ, ਜਿੱਥੇ ਰੱਬ ਦੇ ਖੰਡ ਬ੍ਰਹਮੰਡ ਵਿੱਚ ਨੇ, ਉੱਥੇ 5 ਵਿਕਾਰ ਵੀ ਪਰਮਾਤਮਾ ਨੇ ਸਾਡੇ ਅੰਦਰ ਪਾ ਦਿੱਤੇ ਨੇ। ਜਿਸ ਤਰ੍ਹਾਂ 5 ਤੱਤਾਂ ਦਾ ਇਹ ਸਰੀਰ ਬਣਿਆ ਨਾ, 5 ਤੱਤ ਕੋ ਤਨ ਰਚਿਓ, ਆਇਆ ਨਾ, ਪੜ੍ਹਦੇ ਆ ਨਾ 5 ਤੱਤਵਾਂ ਦਾ, 6ਵਾਂ ਤੇ ਹੈ ਹੀ ਨਹੀਂ। 6ਵਾਂ ਹੈ ਤੇ ਕੋਈ ਦੱਸੋ। ਤੋ ਜਿੱਥੇ ਖੰਡ ਬ੍ਰਹਮੰਡ ਨੇ ਇਸ ਸਰੀਰ ਦੇ ਵਿੱਚ, ਮਹਾਰਾਜ ਕਹਿੰਦੇ ਇਸ ਦੇਹੀ ਅੰਦਰ 5 ਚੋਰ ਵਸੈ। 5 ਚੋਰ ਵੀ ਗੁਰੂ ਸਾਹਿਬ ਨੇ ਪਾ ਦਿੱਤੇ ਨੇ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ, ਇਹ 5 ਵਿਸ਼ੇ ਵਿਕਾਰ ਵੀ ਵਿੱਚ ਪਾ ਦਿੱਤੇ ਨੇ। ਅੰਮ੍ਰਿਤ ਲੁੱਟੈ, ਇਹ ਕੀ ਕਰਦੇ ਨੇ? ਜਿਹੜੇ 5 ਪਾਏ ਨੇ ਨਾ, ਇਹ ਦਿਨ ਰਾਤ ਸਾਡੇ ਸ਼ੁਭ ਗੁਣ ਨਾਲ ਲੁੱਟਦੇ ਪਏ ਨੇ। ਸਮਝ ਰਹੇ ਨਾ ਸੀ ਬਈ, ਸਾਡੀਆਂ ਚੰਗੀਆਂ ਚੰਗਿਆਈਆਂ ਲੁੱਟੀ ਜਾ ਰਹੀਆਂ ਨੇ। ਅੰਮ੍ਰਿਤ ਰੂਪੀ ਨਾਮ ਲੁੱਟਦੇ ਪਏ ਨੇ। ਅੰਮ੍ਰਿਤ ਲੁੱਟੈ, ਮਨਮੁਖ ਨਾ ਬੁੱਝੈ। ਜਿਹੜੇ ਮਨ ਦੇ ਆਖੇ ਲੱਗ ਕੇ, ਮਨ ਨੂੰ ਮੁੱਖ ਰੱਖ ਕੇ ਜਿਹੜੇ ਕਾਰਜ ਕਰਦੇ ਨਾ, ਉਹ ਲੁੱਟੇ ਜਾ ਰਹੇ ਨੇ। ਮਨਮੁਖ ਅੰਮ੍ਰਿਤ ਲੁੱਟੇ, ਮਨਮੁਖ ਨਾ ਬੁੱਝੇ। ਕੋਈ ਨਾ ਸੁਣੇ ਪੁਕਾਰਾ, ਕੋਈ ਪੁਕਾਰ ਨਹੀਂ ਸੁਣਦਾ। ਔਰ ਮਨਮੁਖ ਤੇ ਸਮਝ ਹੀ ਨਹੀਂ ਪਾ ਰਿਹਾ ਕਿ ਮੈਂ ਇਹਨਾਂ 5 ਦੇ ਵਸ ਹੋ ਕੇ ਮੈਂ ਲੁੱਟਿਆ ਜਾ ਰਿਹਾ ਹਾਂ। ਦੇਖੋ ਕਈ ਚੀਜ਼ਾਂ ਕਈ ਜਗ੍ਹਾ ਦੀਆਂ ਮਸ਼ਹੂਰ ਹੁੰਦੀਆਂ ਨੇ। ਜਿਸ ਤਰ੍ਹਾਂ ਅੱਜ ਕੱਲ੍ਹ ਖਰਬੂਜਾ ਹੈ, ਅਸੀਂ ਕਹਿੰਦੇ ਹਾਂ ਨਾ ਇਹ ਬਾਗਪਤ ਦਾ ਬੜਾ ਮਸ਼ਹੂਰ ਹੈ, ਬਾਗਪਤ ਦਾ ਨਾਮ ਹੁੰਦਾ ਹੈ। ਪੇੜੇ ਖਾਣੇ ਹੋਣ, ਅਸੀਂ ਕਹਿੰਦੇ ਹਾਂ ਜੀ ਮਥੁਰਾ ਦੇ ਪੇੜੇ ਖਾ ਲਓ। ਹੋਰ ਬੜੀਆਂ ਚੀਜ਼ਾਂ ਨੇ ਜਿਹੜੀਆਂ ਜਗ੍ਹਾ ਦੀਆਂ ਮਸ਼ਹੂਰ ਨੇ, ਹੈਗੀਆਂ ਨੇ। ਇਲਾਹਾਬਾਦ ਦੇ ਅਮਰੂਦ ਲੈ ਲਓ। ਤੇ ਗੁਰੂ ਸਾਹਿਬ ਕਹਿੰਦੇ ਨੇ ਇੱਕ ਜਗ੍ਹਾ ਦੇ ਨਾ ਠੱਗ ਵੀ ਬੜੇ ਮਸ਼ਹੂਰ ਜੇ। ਗੱਜ ਸਾਡੇ ਤੈ ਤੈ ਧੋਤੀਆਂ, ਤੇਰੇ ਪਾਇਨ ਤਗ। ਗੱਲੀ ਜਿੰਨਾ ਜਪ ਮਾਲੀਆਂ, ਲੋਟੇ ਹੱਥ ਨਿਪੱਗ। ਓਏ ਹਰ ਕੇ ਸੰਤ ਨਾ ਆਖੀਏ, ਬਾਨਾਰਸ ਕੇ ਠੱਗ। ਕਾਂਸ਼ੀ। ਦੇਖੋ ਜਗ੍ਹਾ ਦੇ ਨਾ ਠੱਗ ਬੜੇ ਮਸ਼ਹੂਰ ਨੇ। ਦੇਖੋ ਕਬੀਰ ਸਾਹਿਬ ਨੂੰ ਬਾਣੀ ਵਿੱਚ ਗੁਰੂ ਸਾਹਿਬ ਨੂੰ ਕਹਿਣਾ ਪੈ ਗਿਆ। ਜਿਸ ਤਰ੍ਹਾਂ ਮੈਂ ਕਿਹਾ ਕਈ ਜਗ੍ਹਾ ਦੀਆਂ ਚੀਜ਼ਾਂ ਬੜੀਆਂ ਮਸ਼ਹੂਰ ਹੁੰਦੀਆਂ ਨੇ, ਬਈ ਫਲਾਣੀ ਜਗ੍ਹਾ ਦਾ ਇਹ ਚੀਜ਼ ਖਾ ਕੇ ਦੇਖੋ। ਤੁਸੀਂ ਵੀ ਜਾਣਦੇ ਹੋ ਕਿੱਥੇ
दरबार साहब जाओ, फलानी जगह ते जाओ, उत्थे दी चीज़ खाण दी असीं बड़ा अक्सर कहने हैं। गुरु साहब कहते हैं आओ मैं तुहानूं दस्सां, बनारस के ठग भी बड़े मशहूर जे। धोतियां तो उन्होंने पाइयां ने 3.5 गज दियां, टहरे पायन तग, 3 धागियां का ना उन्होंने एक जनेऊ भी पाया होया है। गुरु साहब ना महाराज कोई निंदा नहीं कर रहे, सिर्फ ये समझा रहे ने कि जे धार्मिक लिबास पा के अंदर विषय विकार या लालच वाली बिरती साडे अंदर टिकी हुई है, तवज्जो देना साध संगत, जे साडे अंदर लालच की बिरती टिकी है तो उन्हां वास्ते वे, ये उन्हां गुरमुखां वास्ते गल नहीं हो रही। ये वो ने जिन्हां ने लिबास ते धार्मिक पा लिया, जिस तरह साडे विच भी ने, जे मैं उत्ते श्री साहब पा ली, दुमाला भी सजा लिया, सारा कुछ सही कर लिया, पर जीवन दे अंदर मेरे मैल है, तो उन्हां वास्ते ये संदेश है, गुरमुखां वास्ते नहीं है। देखो असी कोई ड्रैस अच्छी पाने आ, मारे कहते ने पाओ, पर तेरी ड्रैस वेख के सामने वाले नूं खुशबू आ जाए कि ये सिख नाम जपण वाला है, गुरु दे भै दे विच है, इहदे अंदर दया भरी पई है, क्योंकि इन्हें अमृत पान किया होया है, इहदे उत्ते मैं विश्वास कर सकना। तो गुरु साहब कहते ने बनारस विच की है, पहरावा तो उन्होंने धार्मिक पा लिया, 3.5 गज की धोती पा ली, 3 धागां वाला जनेऊ पा लिया, गली जिन्ना जप मालियां, गलां दे विच माला वड्डियां वड्डियां पा लियां। देखो कई मिलते ने बड़ियां वड्डियां माला पाइयां ने, पाओ, जे किथे वो माला अंदर भी चलती होवे ते गल तां है ना। लोटे हथ निपग, बड़े लिश्क ने जे लोटे उन्हां दे हथ च हुंदे ने, मारे कहंदे ने ओए हर के संत ना आखिए बनारस के ठग, वो हरि दे संत नहीं जे, वो बनारस दे ठग ने, ठग। इनू सुन के ना असीं इनू इग्नोर ना करिए। मैं मेरी एक गल दी तवज्जो देना आप जी, इनू असीं सुन लिया, असीं कहने नहीं जी ये तो सिर्फ पंडित जी या ब्राह्मणों की या हिंदूवाद की गल हो रही है, नहीं। उपदेश चो वर्ना को सांझा, असीं अपने ते टुकाना है। जो मैं धार्मिक दुनिया विच विचर रहा हाँ, उस धार्मिक गुण मेरे अंदर आए ने कि नहीं, नहीं तो बिखियन सो काहे रचियो निमक ना होए, उदास वाली गल। बाणा ते मैं सोहना पा लिया, लोक विखावा भी मेरा हो गया, पर वो वजह अमली जीवन मेरे हिरदे विच वसिया है। गुरु का उपदेश, गुरु का बचन, गुरु की सिक्ख्या मैं अडॉप्ट की है कि खाली मैं लोक दिखावे विच ही गाए सुने आंखें मीचे पाइए ना परम पद, गुरु उपदेश जै लोह ना कमाइए। खाली मैं अखां मीट के गाए सुने, आंखें मीचे, अखां भी मीच के बड़ियां सोहणियां, पाइए ना परम पद, गुरु उपदेश जै लोह ना कमाइए। जब गुरु का मैं उपदेश कमाया ही नहीं है, तो गुरु कहते ने फिर तेरी हालत भी वही हुई है, ओए हर के संत ना आखिए बनारस के ठग, बिखियन सो काहे रचियो निमक ना होए उदास। देखो सानू समझा रहे ने गुरु साहब, ये तैनू लुट रहे ने, ये पंजो विकार तैनू लुटते पे ने। जिथे 5 विकार, मैं कई बारी अर्ज करना वा कि इन्हों कभी भी अरदास ना करो कि इन्हों कढ़ दो विकारां, काम करो लोभ मोह। नहीं साध संगत, जे कढ़ने होंदे ते परमात्मा पांदा ही ना। क्रोध भी होना जरूरी है, काम भी है, काम संसार की पूर्ति है, संसार ही दे नाल चलना है। क्रोध होना चाहिए, पर उहदा वरतों सही होनी चाहिए। इवें नहीं किसी गरीब के उत्ते क्रोध कढ़िया होवे, नहीं। जिथे लोड़ है, जिथे जंगे मैदान दे विच किसी दी आरबू बचाने वास्ते
ਕਿਸੇ ਮਜ਼ਲੂਮ ਦੀ ਰੱਖਿਆ ਕਰਨ ਵਾਸਤੇ ਕ੍ਰੋਧ ਵਿੱਚ ਵੀਰ ਰਸ ਵੀ ਜ਼ਰੂਰੀ ਹੈ। ਕ੍ਰੋਧ ਨੂੰ ਵੀਰ ਰਸ ਵਿੱਚ, ਲੋਭ ਨਹੀਂ, ਮੋਹ ਨਹੀਂ, ਪਿਆਰ ਹੋਣਾ ਚਾਹੀਦਾ, ਅਹੰਕਾਰ ਨਹੀਂ, ਨਿਮਰਤਾ ਹੋਣੀ ਚਾਹੀਦੀ ਹੈ। ਲੋਭ ਨਹੀਂ, ਕਿਸੇ ਨੂੰ ਦੇਣਾ, ਆਪਣਾ ਆਪ। ਲੋਭ ਤੇ ਹੁੰਦਾ ਕਿ ਮੇਰਾ ਨਹੀਂ ਜੀ, ਮੈਂ ਰੱਬ ਨਾਲ ਪਿਆਰ ਕਰਨਾ, ਰੱਬ ਮੇਰਾ ਹੈ ਤੇ ਮੈਂ ਰੱਬ ਦਾ ਵਾਂ, ਨਹੀਂ। ਰੱਬ ਮੇਰਾ ਹੈ ਤੇ ਰੱਬ ਸਾਰਿਆਂ ਦਾ ਹੈ। ਮੈਂ ਰੱਬ ਦਾ ਤੇ ਰੱਬ ਸਾਰਿਆਂ ਦਾ, ਤੇ ਫਿਰ ਤੇ ਗੱਲ ਬਣ ਜਾਏਗੀ। ਤੋ 5 ਚੀਜ਼ਾਂ ਜੇ ਰੱਬ ਨੇ ਅੰਦਰ ਸਾਡੇ ਪਾਈਆਂ ਨੇ, ਕਿਸੇ ਕਾਰਨ ਪਾਈਆਂ ਨੇ। देखो, काम सारे संसार की पूर्ति करता है, जितनी भी संसार की उपज है काम तो ही तो है। तो जिथे 5 विकार ने ना, गुरु साहब कहते ने वो वजे 5 ठग भी साडे अंदर बैठे ने। विख्यो सो काहे रचियो, निमक ना हो है उदास। वो केड़े ने 5 ठग? राज, माल, रूप, जात, जोबन। 5 ठग। ये मैं नहीं कह रहा, ये गुरबाणी कह रही है। 5 ठग साडे अंदर बैठे ने, जो दिन रात सानू लुट्टी जा रहे हैं, और असीं लुट्टी जा रहे हैं, सानू पता ही नहीं है। राज, माल, रूप, जात, जोबन, 5 ठग। इन्नी ठगी जग ठगिया, किने ना रखी लज। इन्हां ठगां ने ना सारे जग नू ठग लिया, किसी की भी इज्जत इसने नहीं रखी। देखो, जदों बंदे नूं ये 5 चीज़ां दा नशा हो जाता है ना, तो उस वेले उन्होंने कुछ नज़र नहीं आता। राज, जे मैं थोड़ा भी लवां सब नूं 5 ठगां नूं, ते साडी ये पंक्ति समझण विच औखियाई नहीं होएगी कि विख्यो सो काहे रचियो, निमक ना हो है उदास। राज, राज का भी बड़ा वड्डा नशा जे। बंदा राज वास्ते कहते ना, तपो राज ते राजो नरक। कई बड़ी मेहनत करके कोई, देखो किसी भी मुकाम ते राज करना है, राजा बनना है ना, तो कोई छोटी गल नहीं जे। बड़ा तप करना पैंदा है, बड़े पापड़ वेलने पैंदे ने, बड़ा कुछ करना पैंदा है। हुण इलैक्शन होंदे ने, तुसीं देखो जिन्होंने बनना है, राजा बनना है या प्रधान बनना है, जो भी है, मैं किसी पार्टी नाल रिलेटिड नहीं गल कर रहा, या ना मैं किसी नाल इनवॉल्व हाँ। किन्ने पापड़ वेलते हैं, किन्नी मेहनत करनी पैंदी है, पर मारे कहते तपो राज ते राजो नरक। जदों ते इतना तप करके, इतनी मशक्कत करके राज ते कर लेंदे ने, पर अगे चल के ना इन्हां दी मत खराब हो जाती है। फिर इन्हां नूं समझ नहीं आता कि मैं इन्नी मुश्किल नाल बनिया, फिर बैठ के डिसीजन गलत लैंदे ने, फिर वो नरक भोगदे ने। ते जे इस गल की गवाही गुरु अर्जन देव महाराज सुमणी साहिब विच दे रहे हैं, कहते जिसके अंतर राज अभिमान की सजाए ਉਹਦੇ वास्ते, जिन्हों राज का ही हंकार हो गया। राज, माल, रूप, जात, जोबन, 5 ठग। हुण राज का हंकार हो गया, तो मारे कहते ने जिसके अंतर राज अभिमान, सो नरक पाती होव सुआन। ओदी जूनी पता केड़ी जे, जिन्हों राज का हंकार हो जाता है, जिदे अंदर ये विकार आ जाता है ना, मैं उन्होंने सत्ता का मालक बन गया वा, मारे कहते ने वो कुत्ता ही नहीं, नरकां दा भागी हो जाता है। कुत्ता राज बहालीए, फिर चक्की चट्टा है। कुत्ता राज से बैठ के तो चटनी उन्हें चक्की है, क्योंकि कुत्ते की आदत की है। तो गुरु साहब कहते ने जिन्हों राज का हंकार हो गया ना, देखो राज माड़ा नहीं जे। राज तो महाराजा रणजीत सिंह ने भी किया, जिन्हों अज तक दुनिया याद करती है, ना महाराजा रणजीत सिंह। 40 साल दे अंदर सिख धर्म राज दे अंदर एक भी मर्डर नहीं होया।
प्यार नाल आखो सतनाम श्री वाहिगुरू। इनू कहते ने राज की कमाई। कोई दुखड़ा, कोई अपनी वेदना लैके आर्थिक समाजिक जे महाराजा रणजीत सिंह कोल आ जांदा सी, महाराजा आप सिंघासन तो उठ के उस दियां मंगां नूं पूਰਨ करदे सी। ਉਹਦੇ ਰਾਜ ਵਿੱਚ कोई दुखी नहीं सी, कोई भुखा नहीं सौंदा सी। मैं अज दी हालत देखना वा, पूरियां सर्दियां निकल गईयां, गर्मियां आ गईयां। देखो अज किसानां दे उत्ते है कि इहो ते तपो राज राजो नरक वाली गल है, जिसके अंतर राज मान राज दा हंकार है। ਉਹੀ शरीर कहते सन किसान साडी जिंदगी है, ये साडे अन्नदाता ने, इन्हां दा एक एक पसीने दा गिरिया होया एक एक बूंद साडे वास्ते खून दे बराबर है। पर वो की है, जिसके अंतर राज अभिमान सो नरक पाती हो वह सुआन। तो राजा भी कैसा होवे। देखो मैं ना गुरबाणी च बड़ियां चीज़ां मिलदियां ने। कुछ दिन होए ने दरबार साहब तो एक हुक्मनामा आया, मैं बड़े ध्यान नाल सुनिया। कई बार ना कोई चीज़ ध्यान नाल सुनो, बड़ी कहते देखो भगत होवे ना। मैं गुरु साहब को पूछा भगत कैसा होना चाहिए। देखो हर चीज़ की ना एक गुरबाणी, हर चीज़ जो मेरे मन च है ना, सपोज मैं कोई चीज़ दुविधा विच हाँ, जो नहीं समझ आ रही, गुरबाणी साडी सारियां शंकावां दूर कर देती है। देखो बड़े ध्यान नाल सुनना कि जिहड़ा भगत है, गुरु साहब कहते हैं भगत भी किहो जिहा होना चाहिए। जिस तरह मैं कहना राजा इहो जिहा होना चाहिए। राजा, मैं मिसाल दी राजा रणजीत सिंह वर्गा। अज कई कंट्रियां विच राजा महाराजा रणजीत सिंह दे रूल रेगूलेशन उन्होंने अडॉप्ट किए हुए हैं, और वो कहते हैं साडी कंट्री विच बिल्कुल सुखैली है, क्योंकि दृष्टि सामने है। तो मैं गुरु साहब को पूछा भगत कैसा होना चाहिए, तो उत्थे हुक्मनामा आया, आप जी नूं भी रसना ते कंठ होएगा, भगत जना की हर जियो राखे, जुग जुग रखदा आया राम। आंदा है ना अक्सर शब्द, सो भगत। हुण देखो जो गुरमुख होवे, वाह, कहंदे ने भगत कैसा, जिहड़ा गुरमुख होवे। सारियां नूं नहीं। हुण भगत ते मेरे वर्गे बड़े मिलणगे तुहानूं, दस्तार भी सोहनी बन लई, कथा भी अच्छी कर ला, कीर्तन भी सोहना कर लिया, दुनिया नूं भी दिखा लिया। पातशाह कहंदे ने वो भगत नहीं जे। भगत ते होवे सो भगत जो गुरमुख होवे। मेरे सवाल का जवाब मिल गया। मैं कहा भगत के वजह होवे, जिहदा मुख गुरु वाल होवे, जिहड़ा गुरु दा कहना मनदा होवे, वो भगत नहीं जिहड़ा जगत नूं ठगद रहा। महाराज कहंदे ने सो भगत जो गुरमुख होवे, होमे शब्द जलाया राम। जिहड़े अपनी होमे नूं गुरु दे शब्द दे नाल जला दिता जे, उस राम दे नाम दे नाल। तो राजा कैसा होना चाहिए है। ते जे अगर राज आके राज दा हंकार हो गया, तो महाराज कहंदे ने सो नरक पाती होवे सुआन। तो दूजा है राज माल, धन दा भी हंकार हो जाता है। ये भी विकार ही ने सारे। ये धन करते का खेल है, इनू समझना कुछ, क्योंकि नांगे आवन नांगे जाना, कोई ना रहिए राजा राणा। ये ते करते का खेल है। तनू मिल गया ठीक, एक धन करते का खेल है, कदे आवे कदे जाए। ज्ञानिया का धन नाम है, साधी रहे समाए नानक, जिनको नदर करे ता ये धन पल्ले पाए। जिहड़ा धन तनू चाहिए ना, वो है नाम दा धन। जिसके पल्ले, जिदे कोल धन है ना, नाम धन जिस जन के पाले, वाह, सोई पूरा शाह। असी तो समझना जिदे कोल 4 कोडियां ने, वड्डी कोठी है, गड्डियां ने, असी उन्होंने समझना ना शाह। महाराज कहते ने नाम धन जिस जन कह पाले, जिदे कोल है, सोई पूरा शाह। जिसके पल्ले धन वसै, तिनका नाम फकीर। ओह, जिदे कोल धन है ना, महाराज कहते वो तो फकीर है, फुकरा है। जिसके जिनके हिरदे तू वसे ते नर गुणी गहीर। पर जिदे हिरदे दे विच तू वस गया ना, ओदा फिर वो गुणा दा सागर है।
ਉਹ ਇਤਨਾ ਅਮੀਰ ਹੈ, ਮਾਰੇ ਕਹਿੰਦੇ ਮੇਰੇ ਕੋਲ ਕੋਈ ਅਲਫਾਜ਼ ਹੀ ਨਹੀਂ ਨੇ, ਜੇ ਸਮੁੰਦਰ ਹੈ ਗੁਨਾਹ ਦਾ। ਤੇ ਧਨ ਕੈਸਾ ਹੋਏ ਜਿਹੜਾ ਧਨ ਹੋਣਾ ਮਾੜਾ ਨਹੀਂ, ਧਨ ਨਾ ਜੇਬ ਤੱਕ ਰਵੇ, ਹਿਰਦੇ ਤੱਕ ਨਾ ਆ ਜਾਏ। ਕਈ ਗੱਲ ਕਰਦੇ ਨਾ, ਮੈਂ ਉਹ ਕਰ ਦਾਂਗਾ, ਮੈਂ ਉਹ ਕਰ ਦਾਂਗਾ। ਮੈਂ ਇੱਕ ਜਗ੍ਹਾ ਤੇ ਜਾ ਰਿਹਾ ਸੀ ਤੇ ਕਾਰ ਦੇ ਵਿੱਚ ਕਿਸੇ ਦੀ ਸਾਹਮਣੇ ਲੜਾਈ ਹੋ ਗਈ। ਮੈਂ ਬਾਹਰ ਆਇਆ, ਮੈਂ ਕਿਹਾ ਇੱਕ ਬਜ਼ੁਰਗ ਆਦਮੀ ਨਾਲ ਇੱਕ ਯੰਗ ਮੁੰਡਾ ਲੜ ਰਿਹਾ। ਮੈਂ ਬਾਹਰ ਆਇਆ, ਮੈਂ ਕਿਹਾ ਬੇਟਾ ਕੀ ਹੋ ਗਿਆ? ਕਹਿੰਦਾ ਇਹਨਾਂ ਨੂੰ ਮੈਨੂੰ ਜਾਣਦੇ ਨਹੀਂ ਹੈ। ਮੈਂ ਕਿਹਾ ਕੀ ਹੋਇਆ? ਕਹਿੰਦਾ ਮੈਂ 2 ਮਿੰਟਾਂ ਵਿੱਚ ਇਹਨਾਂ ਨੂੰ ਖਤਮ ਕਰ ਦਵਾਂ। ਮੈਂ ਕਿਹਾ ਦੇਖੋ ਕਿਤਨਾ ਧਨ ਦਾ ਗੁਮਾਨ ਹੈ, ਆਪਣੇ ਬੋਲ ਨੂੰ ਨੀਵਾਂ ਰੱਖੀਏ। ਧਨ ਸੀ, ਮੈਂ ਸਮਝ ਗਿਆ। ਮੈਂ ਕਿਹਾ ਇਹਦਾ ਜਿਹੜਾ ਧਨ ਹੈ ਨਾ, ਇਹਦੇ ਦਿਲ ਔਰ ਦਿਮਾਗ ਤੇ ਚੜ ਗਿਆ। ਇਸ ਗੱਲ ਦਾ ਹੰਕਾਰ ਕਰੇ, ਜੇ ਕੋ ਬਹੁਤ ਕਰੇ ਹੰਕਾਰ, ਖਿਨ ਮੈਂ ਰੁਲਤਾ ਖਾਕੂ ਨਾਲ। ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ, ਜੇ ਕੋ ਕਰੇ ਬਹੁਤ ਹੰਕਾਰ, ਖਿਨ ਮੈਂ ਰੁਲਤਾ। ਖਿਨ ਪਲ ਵਿੱਚ ਕਿੰਨਾ ਸਮਾਂ ਲੱਗਦਾ ਹੈ, ਰੁਲਤਾ ਖਾਕੂ ਨਾਲ, ਮਿੱਟੀ ਵਿੱਚ ਮਿਲਦਿਆਂ ਪਾਤਸ਼ਾਹ ਕਹਿੰਦੇ ਨੇ ਉਹਨੂੰ ਦੇਰ ਨਹੀਂ ਲੱਗਣੀ। ਜਿਹੜਾ ਹੰਕਾਰ ਮਾਇਆ ਦਾ ਕਰਦਾ ਕਿ ਮੇਰੇ ਕੋਲ ਇਹ ਹੰਕਾਰ ਹੈ। ਕਾਚਾ ਧਨ ਸੰਚੇ ਮੂਰਖ ਗਾਵਾਰ, ਮਨ ਮੁਖ ਭੂਲੇ ਅੰਧ ਗਵਾਰ। ਵਿਖਿਆ ਕੇ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਮਾਰੇ ਕਹਿੰਦੇ ਨੇ ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਪੁਨ ਆਵੇ ਜਾਏ। ਕੱਚਾ ਧਨ ਤੇ ਆਣਾ ਜਾਂਦਾ ਰਹਿੰਦਾ, ਉਹ ਤੇ ਅੱਜ ਹੈ ਤੇ ਕੱਲ ਨਹੀਂ ਹੈ। ਪਰ ਸੱਚਾ ਧਨ ਤੇ ਗੁਰੂ ਦੀ ਮੱਤ ਅਨੁਸਾਰ ਹੀ ਮਿਲਣਾ ਹੈ। ਤੇ ਹੰਕਾਰ ਤੈਨੂੰ ਕਿੱਥੇ ਮਾਨਦਾ ਨਾ ਹੋ ਜਾਏ। ਵਿਖਿਆਨ ਸੁਕਾਹੇ ਰਚਿਓ। ਅੱਗੇ ਆ ਗਿਆ ਰੂਪ। ਕਈਆਂ ਨੂੰ ਨਾ ਆਪਣੇ ਸੋਹਣ ਪੁਣੇ ਦਾ ਹੀ ਹੰਕਾਰ, ਉਹਦੇ ਵਿੱਚ ਹੀ ਸਾਰੀ ਜ਼ਿੰਦਗੀ ਖਤਮ ਕਰ ਦਿੰਦੇ ਨੇ। ਮੈਂ ਬਹੁਤ ਸੋਹਣਾ ਵਾ, ਮੈਂ ਬਹੁਤ ਸੋਹਣਾ ਵਾ। ਤੂੰ ਮਹਾਰਾਜ ਕਹਿੰਦੇ ਨੇ ਸੋਹਣਾ ਤੇ ਤੇਰਾ ਮਨ ਹੋਣਾ ਚਾਹੀਦਾ ਹੈ। ਇਹ ਤੇ ਚਮੜੀ ਹੈ, ਇਹ ਤੇ ਕਦੀ ਵੀ, ਉਹ ਮਹਾਰਾਜ ਕਹਿੰਦੇ ਨੇ ਚਲਤ ਕੱਤ ਟੇਡੇ ਟੇਡੇ ਟੇਡੇ। ਬੜੀ ਪੰਕਤੀ ਕਮਾਲ ਦੀ ਆਉਂਦੀ ਹੈ, ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ। ਚਲਤ ਕੱਤ, ਜਿਹਦੇ ਕੋਲ ਬੜਾ ਸੋਹਣਾ ਰੂਪ ਹੁੰਦਾ ਹੈ ਨਾ, ਉਹ ਤੁਸੀਂ ਦੇਖਿਆ ਕਰੋ, ਉਹਦੀ ਚਾਲ ਹੀ ਬੜੀ ਵੱਖਰੀ ਹੁੰਦੀ ਹੈ। ਉਹ ਸਮਝਦਾ ਮੇਰੇ ਵਰਗਾ ਸੋਹਣਾ ਕੋਈ ਹੈ ਹੀ ਨਹੀਂ। ਕਈ ਲੇਡੀਜ਼ ਉਹ ਸਮਝਦੇ ਨੇ ਬਸ ਮੇਰੇ ਕੋਲ ਸੁੰਦਰਤਾ। ਇਹ ਨਹੀਂ ਪਤਾ ਜੇ ਰੱਬ ਚਾਹਵੇ ਤੇ ਉਹ ਇੱਕ ਦਾਗ ਲਾ ਕੇ ਵੀ ਖਤਮ ਕਰ ਸਕਦਾ ਹੈ। ਚਲਤ ਕੱਤ ਟੇਡੇ ਟੇਡੇ ਟੇਡੇ। ਕਿਵੇਂ ਟੇਡੇ ਟੇਡੇ ਹੋ ਕੇ ਚੱਲਦਾ ਹੈ? ਅਸਤੀ ਚਰਮ ਬਿਸ਼ਟਾ ਕੇ ਮੁੰਦੇ, ਦੁਰਗੰਧ ਹੀ ਕੇ ਬੇਡੇ। ਹੈ ਕੀ ਇਹ ਸਰੀਰ ਅੰਦਰ? ਹੱਡੀਆਂ, ਚਰਮ, ਚਮੜੀ, ਅਸਤੀ ਚਰਮ ਬਿਸ਼ਟਾ ਕੇ ਮੁੰਦੇ। ਇਹ ਖਾਲੀ ਵਿਸ਼ਟਾ ਦੇ ਨਾਲ ਤੇ ਦੁਰਗੰਧ ਦੇ ਨਾਲ, ਇਹ ਚਾਮ ਦੇ ਨਾਲ ਲਪੇਟੇ ਤੇ ਸਰੀਰ ਹੈ। ਤੂੰ ਕਿਹਦਾ ਹੰਕਾਰ ਕਰ ਰਿਹਾ? ਸੋਹਣਾ ਤੇ ਉਹ ਵੇ। ਗੁਰੂ ਕੋਲੋਂ ਪੁੱਛ ਲਈਏ, ਚਲੋ ਗੁਰੂ ਸਾਹਿਬ ਤੁਸੀਂ ਦੱਸੋ ਸੋਹਣਾ ਕਿਹੜਾ ਹੈ? ਜੀ ਮੈਂ ਸ਼ੀਸ਼ੇ ਅੱਗੇ ਬਹਿ ਕੇ ਸਾਰਾ ਦਿਨ ਸਵਾਰ ਕੇ, ਮੈਨੂੰ ਦੁਨੀਆ ਵਾਲੇ ਬੜਾ ਸੋਹਣਾ ਕਹਿੰਦੇ ਨੇ। ਮਹਾਰਾਜ ਕਹਿੰਦੇ ਨਹੀਂ, ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਸੋਹਣਾ ਤੇ ਉਹ ਜੇ ਜਿਹੜਾ ਗੁਰੂ ਦੇ ਸਾਹਮਣੇ ਬੈਠ ਕੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਨਹੀਂ ਹੋਵੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰੂ ਨਾਲੇ। ਜਿਹੜਾ ਜੀ ਦੇ ਨਾਲ, ਜਿਹੜਾ ਮਨ ਕਰਕੇ ਬੈਠਾ ਹੈ ਨਾ ਸੰਗਤ ਦੇ ਵਿੱਚ, ਉਹ ਸਭ ਤੋਂ ਸੋਹਣਾ ਹੈ ਗੁਰੂ ਦੀ ਨਜ਼ਰਾਂ ਵਿੱਚ। ਤੇ ਜੇ ਮੇਰੇ ਵਰਗਾ ਮੈਂ ਸੋਹਣਾ, ਮੈਂ ਇਸ ਹੰਕਾਰ ਦੇ ਵਿੱਚ ਹੀ ਬੈਠਾ ਹੋਇਆ ਵਾਂ, ਤੇ ਮਹਾਰਾਜ ਕਹਿੰਦੇ ਨੇ ਫਿਰ ਤੈਨੂੰ ਹੰਕਾਰ ਆ ਗਿਆ ਹੈ। ਪੜ੍ਹੀ ਦੇ ਨਾ ਸ਼ਬਦ ਸਾਰਾ, ਜੋ ਜਾਣੇ ਮੈਂ ਜੋਬਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ। ਗੰਦਗੀ ਦਾ ਕੀੜਾ ਹੈ ਤੂੰ। ਆਪਸ ਕੋ ਕਰਮਵੰਤ ਕਹਾਵੇ, ਕਿ ਮੇਰੇ ਵਰਗਾ ਚੰਗੇ ਕਰਮ ਕੋਈ ਕਰ ਹੀ ਨਹੀਂ ਸਕਦਾ। ਆਪਸ ਕੋ ਕਰਮਵੰਤ ਕਹਾਵੇ, ਜਨਮ ਮਰੇ ਬੋ ਜੋਨ ਪਰਮਾਵੇ। ਉਹ ਫਿਰ ਜਨਮਾਂ ਵਿੱਚ ਪਿਆ ਰਹਿੰਦਾ ਹੈ। ਤੋ ਪਾਤਸ਼ਾਹ ਅੱਗੇ ਕਹਿੰਦੇ ਨੇ, ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ। ਇੱਕ ਇਹ ਵੀ ਨਾ, ਜਾਤ ਦਾ ਵੀ ਬੜਾ ਹੰਕਾਰ ਹੋ ਜਾਂਦਾ ਹੈ।
कि मेरे वर्गा ਉੱਚੀ ਜਾਤ ਦਾ ਕੋਈ ਨਹੀਂ। ਪਤਾ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀ ਮੌਜ ਦੇ ਵਿੱਚ ਇਹ ਅੰਮ੍ਰਿਤ ਪਾਨ ਕਰਵਾ ਕੇ ਇਹ ਜਾਤ ਪਾਤ ਦਾ ਨਾ ਕੋੜ ਹੀ ਖਤਮ ਕਰ ਦਿੱਤਾ ਹੈ। ਇਹ ਕੋੜ ਹੀ ਪਿਆ ਹੈ। ਮਹਾਰਾਜ ਕਹਿੰਦੇ ਜਾਤ ਕਾ ਗਰਵ ਨਾ ਕਰ ਮੂਰਖ ਗਵਾਰਾ, ਇਸ ਗਰਵ ਤੇ ਚਲੇ ਬਹੁਤ ਵਿਕਾਰਾ। ਕਿਉਂ ਇਸ ਗੱਲ ਦਾ ਹੰਕਾਰ ਕਰ ਰਿਹਾ ਮੇਰੀ ਜਾਤ ਉੱਚੀ ਹੈ? ਜਾਤ ਪਤਾ ਕਦੋਂ ਉੱਚੀ ਹੁੰਦੀ ਹੈ? ਜਦੋਂ ਕਰਮ ਅਸੀਂ ਉੱਚੇ ਕਰਨੇ ਆ। ਧਿਆਨ ਦੇਣਾ, ਜਦੋਂ ਕਰਮ ਸਹੀ ਕਰਨੇ ਆ ਅਸੀਂ ਕਰਮਾਂ ਕਰਕੇ ਸਾਡੀ ਜਾਤ ਮੰਨੀ ਜਾਣੀ ਜੇ। ਫੱਕੜ ਜਾਤੀ ਫੱਕੜ ਨਾਉ ਸਭਨਾ ਜੀਆਂ ਇੱਕਾ ਛਾਓ। ਸਾਡੀ ਜਿਹੜੀ ਜਾਤ ਹੈ ਨਾ ਉਹ ਸਾਡੇ ਕਰਮਾਂ ਕਰਕੇ ਵੇ। ਦੇਖੋ ਮੈਂ ਬ੍ਰਾਹਮਣ ਦੇ ਵਿੱਚ ਜਾਂ ਉੱਚੀ ਜਾਤ ਵਿੱਚ ਪੈਦਾ ਹੋ ਕੇ ਜੇ ਮੈਂ ਕਰਮ ਮਾੜੇ ਕਰ ਰਿਹਾ ਤੇ ਫਿਰ ਉਸ ਕਰਮ ਦਾ ਕੀ ਲਾਭ ਹੈ? ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਮਹਾਰਾਜ ਕਹਿੰਦੇ ਨੇ ਉਹੀ ਜਾਤ ਉਹੀ ਪਤ ਚੰਗੀ ਏ ਜੇ ਵਜੇ ਤੁਸੀਂ ਕਰਮ ਕਰਦੇ ਹੋ। ਜੇ ਮੈਂ ਕਰਮ ਹੀ ਮਾੜੇ ਕੀਤੇ ਕਰ ਰਿਹਾ ਹਾਂ ਤੇ ਮੇਰੀ ਉੱਚੀ ਜਾਤ ਦਾ ਦੱਸੋ ਕੀ ਲਾਭ ਹੈ? ਤੋ ਇਸ ਕਰਕੇ ਜਾਤ ਵਿੱਚ ਨਹੀਂ, ਕਬੀਰ ਸਾਹਿਬ ਵੀ ਕਿੰਨੀ ਛੋਟੀ ਜਾਤ ਵਿੱਚ ਹੀ ਪੈਦਾ ਸੀ ਨਾ, ਪਰ ਲੋਕੀ ਹੱਸਦੇ ਸਨ। ਕਬੀਰ ਸਾਹਿਬ ਨੇ ਕਬੀਰ ਮੇਰੀ ਜਾਤ ਕੋ ਸਭ ਕੋ ਹੱਸਨੇ ਹਾਰ। ਮੇਰੀ ਜਾਤ ਨੂੰ ਵੇਖ ਕੇ ਸਾਰੇ ਹੱਸਦੇ ਸਨ। ਕਹਿੰਦੇ ਨੇ ਬਲਿਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਨਹਾਰ। ਕਹਿੰਦੇ ਨੇ ਮੈਂ ਤਾਂ ਉਸ ਆਪਣੀ ਜਾਤ ਤੋਂ ਬਲਿਹਾਰ ਜਾਨਾ ਵਾਂ ਜਿਸ ਜਾਤ ਵਿੱਚ ਮੈਂ ਜਨਮ ਲੈ ਕੇ ਮੈਂ ਰੱਬ ਨੂੰ ਪਾਲਿਆ। ਦੇਖੋ ਉੱਚੀ ਜਾਤ ਨਾਲ ਨਹੀਂ ਹੁੰਦਾ, ਜਾਤ ਹੁੰਦਾ ਜਿਹੇ ਕਰਮ ਕਮਾਏ। ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਜੇ ਮੈਂ ਕਰਮ ਕਮਾਵਾਂਗਾ। ਇੱਕ ਕਬੀਰ ਸਾਹਿਬ ਦਾ ਮੈਨੂੰ ਸ਼ਬਦ ਬੜਾ ਹੀ ਅਪੀਲ ਕਰਦਾ ਜੇ, ਸ਼ਾਇਦ ਆਪ ਜੀ ਦੀ ਰਸਨਾ ਤੇ ਹੋਏਗਾ। ਕਹਿੰਦੇ ਨੇ ਗਰਭ ਕਾਲ ਮੇ ਕੁਲ ਨਹੀਂ ਜਾਤੀ। ਜਿਹੜਾ ਗਰਭ ਕਾਲ ਹੁੰਦਾ ਨਾ, ਜਦੋਂ ਮਾਂ ਦੇ ਪੇਟ ਵਿੱਚ ਬੱਚਾ ਹੁੰਦਾ ਉਸ ਟਾਈਮ ਕੋਈ ਜਾਤ ਹੁੰਦੀ ਹੈ ਦੱਸੋ? ਉਸ ਟਾਈਮ ਤੇ ਉਹ ਪੁੱਠਾ ਲਟਕਿਆ ਹੁੰਦਾ ਹੈ। ਬ੍ਰਹਮ ਬਿੰਦ ਤੇ ਸਭ ਉਤਪਾਤੀ। ਉਸ ਬ੍ਰਹਮ ਪਰਮਾਤਮਾ ਦੇ ਬਿੰਦ ਨਾਲ, ਉਹਦੇ ਅੰਸ਼ ਦੇ ਨਾਲ, ਉਹਦੇ ਮੂਲ ਦੇ ਨਾਲ ਬ੍ਰਹਮ ਬਿੰਦ ਤੇ ਸਭ ਉਤਪਾਤੀ। ਗਰਭ ਕਾਲ ਮੇ ਕੁਲ ਨਹੀਂ ਜਾਤੀ। ਜਿਹੜਾ ਗਰਭ ਕਾਲ ਹੁੰਦਾ ਨਾ ਉਹਦੇ ਵਿੱਚ ਕੋਈ ਕੁਲ ਨਹੀਂ ਹੈ। ਦੱਸੋ ਇੱਕ ਬੱਚਾ ਮਾਂ ਦੇ ਪੇਟ ਵਿੱਚ ਹੈ, ਭਾਵੇਂ ਉਹ ਸ਼ਾਹੂਕਾਰ ਦਾ ਹੈ, ਭਾਵੇਂ ਉਹ ਘੱਟ ਮਾਇਆ ਵਾਲਾ ਹੈ, ਉਹਦੀ ਕੋਈ ਜਾਤ ਹੈ? ਇੱਕ ਬੱਚੇ ਦੀ ਕਿਹੜੀ ਜਾਤ ਹੈ ਦੱਸੋ? ਕੋਈ ਬੱਚਾ ਆਉਂਦਾ ਹੈ ਮੁਸਲਮਾਨ ਹਿੰਦੂ ਕਦੋਂ ਬਣਦਾ ਹੈ? ਜਦੋਂ ਉਹਦੇ ਰੀਤੀ ਰਿਵਾਜ ਕੀਤੇ ਜਾਂਦੇ ਨੇ ਨਾ। ਤੇ ਗਰਭ ਕਾਲ ਵਿੱਚ ਕੋਈ ਜਾਤ ਹੀ ਨਹੀਂ ਹੈ। ਗਰਭ ਕਾਲ ਮੇ ਕੁਲ ਨਹੀਂ ਜਾਤੀ। ਬ੍ਰਹਮ ਬਿੰਦ ਤੇ ਸਭ ਉਤਪਾਤੀ। ਕੋਹਰੇ ਪੰਡਤ, ਕਬੀਰ ਸਾਹਿਬ ਕਹਿੰਦੇ ਨੇ ਕੋਹਰੇ ਪੰਡਤ ਬਾਹਮਣ ਕਬ ਤੇ ਹੋਏ। ਤੁਸੀਂ ਬਾਹਮਣ ਕਦ ਤੋਂ ਹੋ ਗਏ ਭਾਈ? ਜੇ ਮੈਂ ਉਸੇ ਕੋਹਰੇ ਪੰਡਤ ਬਾਹਮਣ ਕਬ ਤੇ ਹੋਏ। ਬਾਹਮਣ ਕਹਿ ਕੇ ਜਨਮ ਮਤ ਖੋਏ। ਜਾਂ ਬਾਹਮਣ ਕਹਿ ਕੇ ਆਪਣੇ ਜਨਮ ਨੂੰ ਖਰਾਬ ਨਾ ਕਰ। ਜੋ ਤੂੰ ਬ੍ਰਾਹਮਣੀ ਬ੍ਰਾਹਮਣ ਜਾਇਆ ਤੋ ਆਨ ਬਾੜ ਕਾਹੇ ਨਹੀਂ ਆਇਆ। ਜੇ ਤੂੰ ਬ੍ਰਾਹਮਣ ਦੇ ਘਰ ਜਨਮ ਲਿਆ ਤੇ ਫਿਰ ਇਹ ਮੈਨੂੰ ਦੱਸ, ਫਿਰ ਤੂੰ ਹੋਰ ਕਿਸੇ ਰਸਤੇ ਤੋਂ ਕਿਉਂ ਨਹੀਂ ਆਇਆ? ਜੋ ਤੂੰ ਬ੍ਰਾਹਮਣੀ ਬ੍ਰਾਹਮਣ ਜਾਇਆ ਤੋ ਆਨ ਬਾੜ ਕਾਹੇ ਨਹੀਂ ਆਇਆ। ਤੁਮ ਕਤ ਬ੍ਰਾਹਮਣ ਹਮ ਕਤ ਸੂਦ। ਤੂੰ ਕਿੱਥੋਂ ਬ੍ਰਾਹਮਣ ਹੋ ਗਿਆ ਤੇ ਮੈਂ ਸੂਦ ਕਿੱਥੋਂ ਹੋ ਗਿਆ? ਜਦ ਤੂੰ ਵੀ ਜਿੱਥੋਂ ਆਇਆ ਮੈਂ ਵੀ ਉੱਥੋਂ ਹੀ ਆਇਆ। ਮੈਂ ਗਰਭ ਕਾਲ ਵਿੱਚੋਂ ਤੂੰ ਬ੍ਰਾਹਮਣ ਬਣ ਗਿਆ, ਮੈਂ ਸੂਦ ਬਣ ਗਿਆ। ਇਹ ਕਿਹੜੀ ਗੱਲ ਹੋਈ? ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲਹੂ ਤੁਮ ਕਤ ਦੂਧ। ਤੇਰੇ ਵਿੱਚ ਕਿਹੜਾ ਨਸਾਂ ਦੇ ਵਿੱਚ ਸਰੀਰ ਵਿੱਚ ਲਹੂ ਹੈ, ਦੁੱਧ ਹੈ, ਤੇ ਮੇਰੇ ਵਿੱਚ ਲਹੂ ਹੈ। ਕੱਢ ਕੇ ਵੇਖ ਲੈ, ਤੇਰਾ ਵੀ ਲਹੂ ਬਰਾਬਰ ਹੈ, ਮੇਰਾ ਵੀ ਲਹੂ ਬਰਾਬਰ ਹੈ। ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲਹੂ ਤੁਮ ਕਤ ਦੂਧ। ਹਾਂ ਜਾਂ ਤੇ ਤੇਰੇ ਰਗਾਂ ਦੇ ਵਿੱਚ ਦੁੱਧ ਚੱਲ ਰਿਹਾ ਤੇ ਮੇਰੇ ਲਹੂ ਚੱਲ ਰਿਹਾ ਤੇ ਮੈਂ ਸਮਝ ਲਵਾਂ। ਜੋ ਤੂੰ ਬ੍ਰਾਹਮਣੀ ਬ੍ਰਾਹਮਣ ਜਾਇਆ ਤੂੰ ਆਨ ਬਾਟ ਕਾਏ ਨਹੀਂ ਆਇਆ। ਜੇ ਤੂੰ ਬ੍ਰਾਹਮਣ ਹੈ ਤੇ ਤੂੰ ਹੋਰ ਰਸਤੇ ਤੋਂ ਆਂਦਾ। ਜਿੱਥੋਂ ਸੰਸਾਰ ਦੀ ਉਤਪਤੀ ਹੋਈ ਹੈ ਮਾਤਾ ਦੇ ਗਰਭ ਦੇ ਵਿੱਚੋਂ, ਜਿੱਥੋਂ ਸਾਰਾ ਸੰਸਾਰ ਆਇਆ ਤੇ ਤੂੰ ਵੀ ਉੱਥੋਂ ਆਇਆ, ਤੇ ਫਿਰ ਤੂੰ ਬ੍ਰਾਹਮਣ ਕਿੱਥੋਂ ਬਣ ਗਿਆ? जात का गर्व ना करो। तो आन बाट काहे नहीं आया। तुम कत ब्राह्मण हम कत सूद हम कत लो तुम कत दूध। कहो कबीर जो ब्रह्म विचारे फैसला। को कबीर जो ब्रह्म विचारे, जेड़ा ब्रह्म भी विचार करता है ना, राम नाम जो करे विचार
से धनवंत गणी संसार। को कबीर जो ब्रह्म विचारे सो ब्राह्मण कईयत है हमारे। कबीर साहब कहते ने साडे घर इत्थे ते रिवाज ये वे ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ ਉਹ ਬ੍ਰਾਹਮਣ ਹੈ, ਭਾਵੇਂ ਉਹ ਨੀਵੀਂ ਜਾਤ ਦਾ ਤੇ ਭਾਵੇਂ ਉਹ ਉੱਚੀ ਜਾਤ ਦਾ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂ? ਜਾਤ ਦਾ ਅਭਿਮਾਨ ਨਾ ਕਰੋ, ਜਾਤ का गर्व ना कर मूर्ख गवारा, इस गर्व ते चले बहुत विकारा। तो पातशाह कहते राज माल रूप जात जोबन पंजे ठग। ये जोबन का भी हंकार हो जाता है कि मेरे वर्गा जवानी किसी विच भी नहीं है। देखो कई बारी ना बंदा ना, मैं महापुरखों को जदों असीं संथਿਆ लैंदे सन वो कहंदे सन बच्चा जिहड़ी उम्र है ना जपन की वो जवानी है, क्योंकि जवानी विच ही बंदा विगड़दा है तो जवानी विच ही सुधरदा है। क्योंकि उम्र ऐसी हुंदी है ये ही बंदा फिर विखियन सो काहे रचो ये रच पैंदा है। तो फिर की होंदा है जदों विख्या दे विच वड़ जांदा है ना, विषय विकारां विच चला जांदा है तो उस वेले की होंदा है जवानी नूं गाल दिंदा है। जवानी की तरनापो इउं ही गयो, तरनापो होंदा जवानी, कहंदे ने एवें चले गए मारे। कहंदे गुरु तेग बहादुर साहब कहंदे ने तरनापो इउं ही गयो लियो जरा तन जीत। बुढ़ापे ने ना तन नूं जित लिया, तेरी जवानी चली गई। नाम जपन दा समा ही जवानी है। ਉਹਦੇ ਵਿੱਚ ਤੁਹਾਡਾ ਚੋਕੜਾ ਵੀ ਲੱਗ ਜਾਏਗਾ, ਉਹਦੇ ਵਿੱਚ ਤੁਸੀਂ ਸਰੀਰ ਦਾ ਹਟ ਕਰਕੇ ਸਵੇਰੇ 2:30-3 ਵਜੇ ਜਾਗ ਵੀ ਪਾਓਗੇ। ਉਹਦੇ ਵਿੱਚ ਤੁਸੀਂ ਜਿਤਨਾ ਸਿਮਰਨ ਕਰ ਸਕਦੇ ਹੋ ਵਾਹਿਗੁਰੂ ਕਰ ਸਕਦੇ ਕਰੋ। ਜਦੋਂ ਜਦੋਂ ਉਮਰ ਢਲਦੀ ਜਾਏਗੀ ਫਿਰ ਨਾ ਉਹ ਨਾਮ ਜਪਣੀ ਚੋਂ ਖਿਆਈ ਹੁੰਦੀ ਹੈ। ਮਾਥੇ ਪੀਰ ਸਰੀਰ ਜਲਨ ਕਲਕ ਕਰੇ ਜੇ ਮਾਈ, ਉਸ ਵੇਲੇ ਤੇ ਫਿਰ ਮੱਥੇ ਵਿੱਚ ਪੀੜ ਰਹੇਗੀ, ਹਮੇਸ਼ਾ ਛਾਤੀ ਵਿੱਚ ਦਰਦ ਰਹੇਗਾ। बई मैनू यह दर्द हो रही है, मैनू यह हो रहा है, मैनू गैस बन गई है, मेरे पिठ ते दर्द हो रही है, मेरी टंगा नहीं काम कर रही, नैनो नीर बह तन खीना पए केस दुदवानी रुदा खंड शब्द नहीं उतरे, अब क्या करे प्राणी। उस वेले तो यह हालत हो जानी है। जब लग जरा रोग नहीं आया तब लग काल ग्रसी नहीं काया, जब लग विकल भई नहीं बाणी भज लै रेमन सारंग पानी। कबीर साहब कहते ने जवानी उम्र है, तरनापो इउं ही गए, तेरी तो एवं चली गई जवानी। जिथे तू समझना सी, जिथे तू रब दा नाम जप सकना सी, जिथे तू बैठ के उहदे घंटों बरी। तुसीं देखो दरबार साहब मैं एक शरीर के दर्शन किए, मैनूं किसी ने कहा वीर जी इन्हां दे दर्शन करो, मैं कीते, मैं नमस्कार फतेह बुलाई। कहना वीर जी रोज़ 8-10 घंटे का चौकड़ा है। मैं कहा धन है। मैं कहा जवानी नूं जिन्ने संभाल लिया, नहीं तो इनू विषय विकारां विच कर दिता तो खत्म है। तो तरनापो इउं ही गयो लियो जरा जग तन जीत, कहो नानक भज हर मना ओद जात है बीत। तेरी जवानी बीतदी जात बीतदी जा रही है, उम्र बीतदी जा रही है। ओद घटे दिन सरै नारे मन गुर मिल काज सवारे। तो गुरु साहब कहते राज माल रूप जात जोबन पंजे ठग। ये पंजे ठग ने तैनू अंदरों अंदरी विकारां दे ठगी जा रहे हैं। सुचेत करदे ने इन्नी ठगी जग ठगिया, इस तैनू नहीं सारे जग नू ठगी जा रही है। किन्ने ना रखी लाज, किसी ने तेरी इन्होंने इज्जत नहीं रखी। इस करके पातशाह कहते ने बिखियन सो काहे रचियो। क्यों विषय विकारां विच रचिया है। निमक ना होए उदास। तू एक मिनट भी पलक जिन्ना भी समा इन्ना तो विखरदा नहीं है। देखो जे मेरे अंदर माड़ी बिरती है ना तो मनु खिमा कर देना, मनु सत्संग चंगी नहीं लगेगी, मनु खिमा कर देना, क्योंकि मेरे अंदर कूट चल रहा है। कोई पाठ कर रहा होगा मनु नहीं चंगा लगेगा। जे कर कथा होत हर संतन की एक निमक न कीनो मैं फेरा, लंपड़ चोर दूत मतवारे इन संग सदा बसेरा। क्योंकि मेरे अंदर चोर बिरती, ठगन वाली बिरती, लालची बिरती, कामी बिरती मेरे अंदर चल रही है, तो मैं सत्संग चंगा ही नहीं लगेगा। क्योंकि सत्संगत सत्त की गल हो रही है। तुसीं देखो अक्सर संगत ना जिन्हां दा मन नहीं लगता ना, वो उदासी, वो कदी ढोल आके बह जाएंगे, कदी नींद दे झोके च आ जाएंगे। क्यों? क्योंकि अंदर दा ते बाहर दा सुमेर नहीं हो रहा। क्योंकि जो अंदर चल रहा, अगर उही उन्होंने कहिए पैसे गिनते किसी को, मनु नींद आंदा मैं नहीं वेख्या कि वह पैसे गिनते गिनते सो गया।
दसो तुहानू कोई 2 लाख की गड्डी देवे, मैं तो अज तक अपनी लाइफ में नहीं देखा, आपने देखा हो तो गल वक्री है कि 2 लाख की तुहानू गड्डी दी ते गिन लै, तो गिनते गिनते सो हाँ पाठ करदियां गुटका हाथी फड़दियां ते गुटका हाथ चों गिरदियां ते मैं बड़ी वारी वेख्या जे, मैं गुरु साहब के द्वारे भी वेख्या वे। क्यों? क्योंकि वह बिरती अंदर दी बाहर दी मिल नहीं रही, कूड़ कूड़े नेहों लगा। मैं पिक्चर विच बहुत घट बंदे सुनते वेखना वा, रंग तमाशे हो रहे हैं, पार्टी हो रही होवे, तुहाडे घर दा कोई फंक्शन होवे, मेरा फंक्शन होवे, दसो कोई ढाल आके सुता होवे? नहीं, कोई नहीं सुता। क्यों? क्योंकि कूड़ कूड़े नेहों लगा, अंदर दा कूड़ ते बाहर दा कूड़ दा सुमेर हो गया, नेहों लग्या विसरिया करतार। जदों तक साडे अंदर दी बिरती बाहर दी बिरती दा सुमेर नहीं होएगा ना, जदों तक अंदर ये विकार सानू मैल हटेगी नहीं ना, क्यों कहने संगत करो, संगत कर करके ये मैल उतरनी है। सानू संत संग अंतर प्रभ डीठा, नाम प्रभु का लागा मीठा, ये सानू मिठा लगना चालू हो जाएगा। जो मिठा लगना चालू होएगा फिर बंदा संगत विच बैठेगा कि अज ते भोग पे ही ना। मैं अपनी गल करा, कई जगह दीवान होंदे ने, हुण ते खैर चलो लॉकडाउन है, कई बारी ऐसा रस बन जाता है। कई बारी एक जगह असीं पंचकूला कीर्तन करन गए, बड़ी पुरानी 20 साल की गल है, तो सवेरे 5 बजे कीर्तन शुरू होया, बाहर बारिश सी ते परिवार कहंदे ने जी बारिश हो रही है। असीं कहा कोई गल नहीं, कोई टॉपिक चलिया दर्शन का, तो 1 बजे तक कीर्तन ही होंदा रहा। साध संगत मैनू गुरु महाराज की बख्शिश, संगत नूं इन्नी बख्शिश हुई उत्थे कि असीं सवेर दे बैठे 1 बजे, और जदों अरदास हुई 2 बज गए, सानू भुख ही ना लगे उस टाइम खान की, जदों लंगर रखा। मैं क्या क्यों अज आ गया आनंद, अज अंदर दी भुख ने ना, साचे नाम की लागे भुख, उत भूखे खाए चलिए दुख, सारियां भुखा मिट गई। मैं क्या वाकई गुरु साहब तुसी चाहो तो ये वाली भुख क्यों नहीं लगती, जे दुनियावी वस्तुओं की भुख सानू लगती है तो ये भुख क्यों नहीं लगती। मैं क्या कदी कदी रंग बनता, रोज नहीं बनता, नहीं तो फिर बंदा कहता कदों भोग पवे तो मैं चाह नाश्ता जो आना मैनू वो आ लैन दो। तो जदों ये वाली भुख लगेगी ना, तो उस वेले फिर कुछ आनंद ही होर होएगा। तो पातशाह कहते हैं बिखियन सो काहे रचियो, निमक ना होहे उदास, कहो नानक भज हर मना। देखो मन नूं कह रहे ने भज लै, मन नूं ही संबोधित, मन ही भजदा है ना। परे न जम की फास, तू जमा दी फाई विच नहीं पेएगा, ये मेरी गारंटी है। तू एक बारी इन्हां तो खैरा छुड़ा, कोई तुहानूं जबरदस्ती करे, तुसीं कहड़ा तुहाडा दिल नहीं है, तुसीं रोटी खाओगे, किसी दे घर नहीं जाण दा दिल, तुसीं जाओगे, तो इन्हां तो भी दिल छुड़ा लै अपना, एक बारी हिम्मत कर लै। जो करेगा तो जमा दी फांसी नहीं आएगा। हर हर नाम जपंतियां कछ ना कहे जमकाल, जे हरि दा नाम जप देंगे ना जम भी नहीं आएंगे। जो संगत विच बैठे हो ना, जे साडे विचों किसी का भी काल आ गया है ना, समा आ गया है, मनु खिमा कर देना, उस वेले धर्मराज नूं भी हुक्म नहीं कि उन्होंने इस संगत विचों शरीर लै जावे। जय साधु गोबिंद भजन कीर्तन नानक नीत, हणा होना तू ना छुटे न निकट न जाइयो दूत। धर्मराज नूं भी हुक्म है भाई, गलती नाल जिथे साधु जन राम दे प्यारे बैठ के भगती कर रहे ने ना, उत्थे गलती नाल भी उस बंदे दा भावें समा आ गया है, भावें श्वास पूरे हो गए ने, तू उत्थों उन्हें लैके ना आई, तू भी बनिया जाएगा तो मैं भी बनिया जाएगा। धर्मराज जमा नूं कह रहे ने, ते मारे कहंदे ने हर हर नाम जपंतियां कछ ना कहे जमकाल, नानक मन तन सुखी होए अंते मिले गोपाल। उस वेले की होएगा, जदों हरिदासी नाम मन करके जपांगे ना, जमकाल नहीं आणगे, साडा मन ते तन सुखी होएगा। अंत वेले की होएगा, अंत वेले ते तां ही गोपाल मिलेगा ना, जे सारी उम्र असीं गोपाल दा नाम जपिया होएगा। जे बैठ के कदी कीर्तन कथा सुनी ही नहीं, ते अंत वेले रब कित्थों याद आएगा। तो इस करके पातशाह कहते कहो नानक भज हर मना, हे मना तू हरि दा नाम भज लै, परे ना जम की फास, तैनूं जमा दी फांसी नहीं पेगी। सो अरदास करो दास दी भी, कुकर दी भी, इस दी कि ये समझ आ जाए सानू कि ये विकारां तो साडा खैड़ा छुट जाए। ये विकारां करके पता नहीं कितने जन्मां तो असीं भटकदे पे हाँ,
ਮਹਾਰਾਜ ਇਸੇ ਜਨਮ ਵਿੱਚ ਸਾਨੂੰ ਆਪਣੇ ਚਰਨਾਂ ਦਾ ਪਿਆਰ ਬਖਸ਼ ਦੇ, ਬਖਸ਼ ਦੇ, ਬਖਸ਼ ਦੇ। ਇਹ ਉਮੀਦ, ਇਹ ਆਸ ਲੈ ਕੇ ਤੁਹਾਡੇ ਚਰਨਾਂ ਵਿੱਚ ਬੈਠੇ ਹਾਂ। ਤੇ ਅੱਜ ਸਾਰਿਆਂ ਨੂੰ ਗੁਰੂ ਸਾਹਿਬ ਬਖਸ਼ ਦੇਣ, ਸਾਰਿਆਂ ਨੂੰ ਆਪਣੇ ਦਰੋਂ ਕਰੋ ਨਾਮ ਦੀ ਦਾਤ ਝੋਲੀ ਵਿੱਚ ਪਾ ਦੇਣ। ਭੁੱਲਾਂ ਬੇਅੰਤ ਹੋਈਆਂ ਨੇ, ਦਾਸ ਦੀਆਂ ਨੇ, ਬਚਨ ਗੁਰੂ ਦਾ ਜਾਣ ਕੇ ਹਿਰਦੇ ਵਿੱਚ ਵਸਾਉਣਾ, ਅਸੀਸ ਬਖਸ਼ਣਾ, ਕਥਾ ਕਰਨ ਦੀ ਜਾਚ ਆ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।